ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਦੂਜਾ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਲਾ ਪੰਜਵਾ। ਮੁੰਡਾ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਆਸ। ਕਸਤੂਰੀ ਕੈ ਭੁੱਲੜ ਗੰਦੇ ਡੁੰਮ ਪਿਆਸ। ਕਸਤੂਰੀ ਕੈ ਭੁੱਲੜ ਗੰਦੇ ਡੁੰਮ ਪਿਆਸ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲਾ ਸ਼ਲੋਕ ਹੈ ਜਿਹੜਾ ਦੂਸਰੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਔਰ ਅਗਲਾ ਮਹੱਲਾ ਪੰਜਵੇਂ ਪਾਤਸ਼ਾਹ ਜੀ ਦਾ ਅਤੇ ਪੌੜੀ ਜਿਹੜੀ ਹੈ ਉਹ ਚੌਥੇ ਪਾਤਸ਼ਾਹ ਜੀ ਦੀ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਇੱਕ ਦਿਨ ਖਡੂਰ ਸਾਹਿਬ ਬਿਰਾਜਮਾਨ ਹਨ। ਸਿੱਖ ਸੰਗਤਾਂ ਨੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਕੁਝ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਗੁਰੂ ਨਾਨਕ ਦੀ ਇਹ ਦੂਸਰੀ ਗੱਦੀ ਜਿਸ ਦੇ ਆਪ ਬਿਰਾਜਮਾਨ ਹੋ, ਕੁਝ ਲੋਕ ਐਸੇ ਹੈ ਜਿਹੜੇ ਸਤਿਕਾਰ ਨਹੀਂ ਕਰਦੇ, ਝੁਕਦੇ ਨਹੀਂ, ਐਵੇਂ ਸਮਝਦੇ ਆ। ਜਿਹੜੇ ਲੋਕ ਗੁਰੂ ਨਾਨਕ ਦੀ ਗੱਦੀ ਨੂੰ ਮੰਨਦੇ ਨਹੀਂ, ਝੁਕਦੇ ਨਹੀਂ, ਜਾਂ ਪਰਮੇਸ਼ਰ ਨੂੰ ਵੀ ਨਹੀਂ ਮੰਨਦੇ, ਸਿੱਧੇ ਹੀ ਖੜੇ ਰਹਿੰਦੇ ਹਨ। ਜਾਂ ਕਈ ਵਾਰੀ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਕਿਸੇ ਦੇ ਘਰ ਜਾਂਦਾ ਹੈ, ਰਸਤੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਾਂ ਦੇਖਦੇ ਹਾਂ, ਉਹ ਉਸੇ ਤਰ੍ਹਾਂ ਹੀ ਆਪਣੇ ਅੱਡਿਆਂ 'ਤੇ ਦੁਕਾਨਾਂ ਦੇ ਵਿੱਚ ਬੈਠੇ ਰਹਿੰਦੇ ਆ, ਝਾਕਦੇ ਰਹਿੰਦੇ ਆ, ਸਿਰ ਵੀ ਝੁਕਾ ਕੇ ਨਮਸਕਾਰ ਨਹੀਂ ਕਰਦੇ, ਖੜ੍ਹਾ ਹੋਣਾ ਤਾਂ ਦੂਰ ਦੀ ਗੱਲ ਹੈ। ਉਹਨਾਂ ਦੇ ਬਾਰੇ ਕੁਝ ਦੱਸੋ, ਜਿਹੜੇ ਲੋਕ ਗੁਰੂ ਨਾਨਕ ਦੀ ਗੱਦੀ ਦੇ ਅੱਗੇ ਝੁਕਦੇ ਨਹੀਂ, ਮੰਨਦੇ ਨਹੀਂ, ਕਿਉਂਕਿ ਗੁਰੂ ਨਾਨਕ ਦੀ ਗੱਦੀ ਕਿਸੇ ਮਨੁੱਖ ਦੀ ਗੱਦੀ ਨਹੀਂ ਹੈ, ਪਰਮੇਸ਼ਰ ਦੀ ਗੱਦੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਪਰਮੇਸ਼ਰ ਦਾ ਸਰੂਪ ਹੈ। ਤਾਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਖੋ, ਇੱਕ ਦਿਨ ਮੈਂ ਗੁਰੂ ਨਾਨਕ ਜੀ ਅੱਗੇ ਬੇਨਤੀ ਕੀਤੀ ਸੀ ਅਤੇ ਉਹਨਾਂ ਨੇ ਮੈਨੂੰ ਇੱਕ ਅਨੁਭਵ ਦੇ ਰਾਹੀਂ, ਫੁਰਨੇ ਦੇ ਰਾਹੀਂ ਸੁੰਨ ਸਮਾਧੀਆਂ ਦੇ ਦਰਸ਼ਨ ਕਰਵਾਏ ਸਨ। ਸੁੰਨ ਸਮਾਧੀਆਂ ਕੀ ਹੁੰਦੀਆਂ? ਉਹ ਲੋਕ ਜੋ ਇੱਦਾਂ ਹੀ ਦੇਖੀ ਜਾਂਦੇ ਆ ਜਿਵੇਂ ਕੋਈ ਬੁੱਤ ਬਣਾ ਕੇ ਖੜਾਇਆ ਹੋਵੇ। ਅਤੇ ਸਤਿਗੁਰੂ ਅੰਗਦ ਦੇਵ ਜੀ ਨੂੰ ਐਸੇ ਦਰਸ਼ਨ ਕਰਾਏ ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ, ਮਹਾਰਾਜ ਇਹ ਮੈਨੂੰ ਕੀ ਦਿਖਾਇਆ? ਮੈਂ ਕੀ ਦੇਖਦਾ ਹਾਂ ਕਿ ਕੁਝ ਮਨੁੱਖਾਂ ਦੀ ਧੌਣ ਆਕੜੀ ਹੋਈ ਆ ਅਤੇ ਉਹਨਾਂ ਦੀ ਧੌਣ ਵਿੱਚ ਕਿੱਲੇ ਠੁਕੇ ਹੋਏ ਆ, ਉਹਨਾਂ ਦੀ ਧੌਣ ਵਿੱਚ ਕਿੱਲੇ ਗੱਡੇ ਹੋਏ ਆ ਅਤੇ ਉਹ ਇੱਦਾਂ ਨਹੀਂ ਕਰ ਸਕਦੇ। ਅਤੇ ਇੱਕ ਮੈਂ ਦੇਖਿਆ ਵੀ ਕੁਝ ਲੜਕੀਆਂ ਮਨੁੱਖਾਂ ਦਾ ਮਾਸ ਖਾ ਰਹੀਆਂ ਸੀ। ਅਤੇ ਇੱਕ ਮੈਂ ਇਹ ਦੇਖਿਆ ਕਿ 3 ਖੂਹ ਹੈ,
ਇੱਕ ਖੂਹ ਦਾ ਪਾਣੀ ਉਛਲ ਕੇ ਨਾਲ ਦੇ ਖੂਹ ਵਿੱਚ ਨਹੀਂ ਡਿੱਗਦਾ, ਤੀਜੇ ਵਿੱਚ ਜਾ ਕੇ ਡਿੱਗ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਲੈਣੇ ਆ ਭਾਈ, ਇਹ ਤੈਨੂੰ ਆਉਣ ਵਾਲੇ ਸਮੇਂ ਦੀ ਕਹਾਣੀ ਦਿਖਾਈ ਆ, ਜਿਨ੍ਹਾਂ ਦੀਆਂ ਧੌਣਾਂ ਆਕੜੀਆਂ ਹੋਈਆਂ। ਇੱਕ ਬਿਮਾਰੀ ਵੀ ਹੈ ਧੌਣ ਆਕੜਨ ਦੀ। ਕੁਝ ਬੰਦੇ ਦੇਖੇ ਜੋ ਇੱਦਾਂ ਘੁਮਾ ਨਹੀਂ ਸਕਦੇ ਧੌਣ ਨੂੰ, ਧੌਣ 'ਤੇ ਇੱਕ ਬਿਮਾਰੀ ਹੋ ਜਾਂਦੀ ਹੈ, ਧੌਣ ਆਕੜ ਜਾਂਦੀ ਹੈ। ਅਸਲ ਵਿੱਚ ਉਹ ਸਜ਼ਾ ਹੁੰਦੀ ਹੈ ਪਰਮੇਸ਼ਰ ਵੱਲੋਂ ਮਨੁੱਖ ਨੂੰ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਲੈਣੇ ਆ। ਹੁਣ ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਦੱਸਦੇ ਨੇ, ਕਹਿੰਦੇ ਮੈਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਲੈਣੇ ਆ, ਇਹ ਉਹ ਲੋਕ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਮੰਨਿਆ ਨਹੀਂ। ਜਦੋਂ ਇਹਨਾਂ ਨੂੰ ਮਨੁੱਖਾ ਜਨਮ ਮਿਲਿਆ, ਇਹਨਾਂ ਨੇ ਪਰਮੇਸ਼ਰ ਦੇ ਪਿਆਰਿਆਂ ਦਾ, ਪਰਮੇਸ਼ਰ ਨੂੰ ਮੰਨਣ ਵਾਲਿਆਂ ਦਾ ਸਤਿਕਾਰ ਨਹੀਂ ਕੀਤਾ। ਇਸ ਕਰਕੇ ਇਹਨਾਂ ਨੇ ਸਿਰ ਝੁਕਾਇਆ ਨਹੀਂ, ਤੇ ਪਰਮੇਸ਼ਰ ਨੇ ਕਿੱਲੇ ਗੱਡ ਤੇ ਪੱਕੇ ਲਾਉਣੋਂ ਝੁਕਾਓ, ਸਿੱਧੇ ਖੜੇ ਰਹੋ, ਕੋਈ ਸਤਨਾਮ ਸ੍ਰੀ। ਇਹਨਾਂ ਨੂੰ ਇਹ ਸਜ਼ਾ ਦਿੱਤੀ ਹੋਈ ਹੈ। ਤੇ ਦੂਜੇ ਪਾਸੇ ਜਿਹੜੇ ਸਤਿਕਾਰ ਕਰਦੇ ਆ ਪਰਮੇਸ਼ਰ ਦਾ, ਜਾਂ ਪਰਮੇਸ਼ਰ ਦੇ ਪਿਆਰਿਆਂ ਦਾ, ਜਾਂ ਗੁਰੂ ਨਾਨਕ ਦੀ ਗੱਦੀ ਦਾ, ਉਹਨਾਂ ਬਾਰੇ ਕੀ ਲਿਖਿਆ ਭਲਾ? ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਕੋਈ ਪਰਮੇਸ਼ਰ ਦਾ, ਪਰਮੇਸ਼ਰ ਦੇ ਪਿਆਰਿਆਂ ਦਾ, ਅਵਤਾਰਾਂ ਦਾ ਸਤਿਕਾਰ ਕਰਦਾ ਹੈ, ਜੀਓ ਆਇਆ ਕਹਿੰਦਾ ਹੈ, ਨਮਸਕਾਰ ਕਰਦਾ ਹੈ, ਖੁਸ਼ ਹੋ ਕੇ ਬੁਲਾਉਂਦਾ ਹੈ, ਤਾਂ ਉਹਨਾਂ ਨੂੰ ਜਮਦੂਤ ਵੀ ਨਹੀਂ ਬੁਲਾ ਸਕਦੇ। ਭਾਵ ਉਹ ਜਮਦੂਤਾਂ ਤੋਂ ਵੀ ਬਚ ਜਾਂਦਾ। ਤਾਈਓ ਤਾਂ ਅਰਦਾਸ ਕਰਦੇ ਹਾਂ, ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਤੇ ਦੂਸਰਾ ਮਹਾਰਾਜ, ਜੋ ਲੜਕੀਆਂ ਮਨੁੱਖਾਂ ਦਾ ਮਾਸ ਖਾ ਰਹੀਆਂ ਸੀ, ਉਹਨਾਂ ਦਾ ਕੀ ਕਾਰਨ ਹੈ? ਕਹਿੰਦੇ ਭਾਈ ਲੈਣ ਆਏ ਉਹ ਲੋਕ ਹੈ ਜਿਨ੍ਹਾਂ ਨੇ ਆਪਣੇ ਲੜਕੀਆਂ ਦਾ ਪੈਸਾ ਖਾਧਾ, ਜਾਂ ਜਿਨ੍ਹਾਂ ਨੇ ਲੜਕੀਆਂ ਨੂੰ ਵੇਚਿਆ, ਜਾਂ ਜਿਨ੍ਹਾਂ ਨੇ ਗਲਤ ਤਰੀਕਿਆਂ ਨਾਲ ਲੜਕੀਆਂ ਦਾ ਪੈਸਾ ਖਾਧਾ, ਜਾਂ ਉਹਨਾਂ ਦੇ ਸਰੀਰ ਨੂੰ ਵੇਚਿਆ। ਇਹ ਉਹ ਲੋਕ ਹੈ ਅੱਜ ਉਹਦਾ ਬਦਲਾ ਚੁਕਾ ਰਹੇ ਨੇ। ਇਹਨਾਂ ਨੇ ਉਹਨਾਂ ਦਾ ਮਾਸ ਵੇਚ ਕੇ ਖਾਧਾ, ਤੇ ਉਹ ਹੁਣ ਇਹਨਾਂ ਦਾ ਮਾਸ ਖਾ ਰਹੀਆਂ। ਤੇ ਤਿੰਨ ਖੂਹਾਂ ਵਾਲੀ ਗੱਲ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਵੀ ਦਿਖਾਈ ਸੀ, ਤੇ ਲਹਿਣਾ ਜੀ ਨੂੰ ਵੀ ਗੁਰੂ ਸਾਹਿਬ ਨੇ ਦਿਖਾ ਦਿੱਤੀ। ਉਹ ਕਹਿਣ ਲੱਗੇ ਕਲਯੁਗ ਦੇ ਵਿੱਚ ਐਸਾ ਸਮਾਂ ਆਵੇਗਾ ਕਿ ਮਨੁੱਖ ਆਪਣੇ ਖਾਸ ਰਿਸ਼ਤੇਦਾਰਾਂ ਨੂੰ ਛੱਡ ਕੇ, ਮਾਂ ਪਿਓ ਨੂੰ ਛੱਡ ਕੇ, ਭੈਣਾਂ ਭਰਾਵਾਂ ਨੂੰ ਛੱਡ ਕੇ ਤੀਜੇ ਥਾਂ ਵਰਤੇਗਾ। ਜਿਵੇਂ ਖੂਹ ਦਾ ਪਾਣੀ ਨਾਲ ਲੱਗਵੇਂ ਖੂਹ 'ਚ ਨਹੀਂ ਪੈ ਰਿਹਾ, ਗਾਂਹ ਜਾ ਕੇ ਡਿੱਗ ਰਿਹਾ ਹੈ, ਤੀਜੇ ਥਾਂ ਜਾ ਕੇ ਚੌਥੇ ਥਾਂ ਲੋਕ ਵਰਤਣਗੇ, ਆਪਣੇ ਸਕਿਆਂ ਨੂੰ ਤਿਆਗ ਜਾਣਗੇ, ਉਹਨਾਂ ਦਾ ਦੁੱਖ ਵੀ ਨਹੀਂ ਪੁੱਛਣਗੇ। ਐਸਾ ਸਮਾਂ ਆਉਣ ਵਾਲਾ। ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਦੂਜੇ ਪਾਤਸ਼ਾਹ ਜੀ ਦੇ ਕੋਲੇ, ਤੇ ਦੂਜੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ ਉਸ ਦਿਨ, ਸਲੋਕ ਮਹੱਲਾ ਦੂਜਾ, ਜੋ ਸਿਰ ਸਾਈਂ ਨਾ ਨਿਵੇ। ਜਿਹੜਾ ਸਿਰ ਮਾਲਕ ਦੇ ਅੱਗੇ ਝੁਕਦਾ ਨਹੀਂ, ਸੋ ਸਿਰ ਦੀਜੈ ਡਾਰ। ਇਹੋ ਜਿਹੇ ਸਿਰ ਨੂੰ ਵੱਢ ਕੇ ਸਿੱਟੋ ਪਰੇ, ਕਹੋ ਸਤਨਾਮ ਸ੍ਰੀ। ਤੇ ਅੱਜ ਪਰਮੇਸ਼ਰ ਨੇ ਸ਼ਾਇਦ ਪਤਾ ਨਹੀਂ ਕੋਈ ਉਹੋ ਜਿਹੀ ਸਜ਼ਾ ਦਿੱਤੀ ਹੋਵੇ। ਗੁਰੂ ਕਿਰਪਾ ਕਰਨ, ਬਚਾਉਣ ਸਭ ਤੇ, ਮਿਹਰ ਭਰੇ ਹੱਥ ਰੱਖਣ। ਪਰ ਜਿਹੜਾ ਸਿਰ ਗੁਰੂ ਅੱਗੇ ਝੁਕਦਾ ਨਹੀਂ, ਕਈ ਵਾਰੀ ਤਾਂ ਮੈਂ ਗੁਰੂ ਘਰ ਦੇ ਵਿੱਚ ਆਉਂਦਿਆਂ ਨੂੰ ਵੀ ਦੇਖਦਾ ਕਿ ਇੱਧਰ ਦੀ ਵੜਦੇ ਆ, ਐਂ ਦੀ ਟੱਪ ਜਾਂਦੇ ਆ, ਕਹੋ ਸਤਨਾਮ ਸ੍ਰੀ। ਪਰਸੋਂ ਚੌਥੇ ਇੱਕ ਮਨੁੱਖ ਆਇਆ, ਉਹ ਇੱਧਰ ਦੀ ਵੜਿਆ ਤੇ ਐਂ ਦੀ ਟੱਪ ਗਿਆ। ਨਾ ਉਹਨੇ ਮੱਥਾ ਟੇਕਿਆ, ਨਾ ਉਹ ਰੁਕਿਆ। ਭਾਵੇਂ ਆਮ ਰਸਤਾ ਨਹੀਂ ਹੈ, ਇਹ ਗੁਰੂ ਦਾ ਦਰਬਾਰ ਹੈ। ਜੇ ਇਹਦੇ ਵਿੱਚ ਵੜੀਏ ਤੇ ਨਮਸਕਾਰ ਕਰਕੇ ਜਾਈਏ, ਕਹੋ ਸਤਨਾਮ ਸ੍ਰੀ। ਜੇ ਰਸਤਾ ਵੇਖਣਾ ਤੇ ਪਰਲੇ ਪਾਸੇ ਦੋ ਤਿੰਨ ਰਸਤੇ ਉੱਧਰ ਦੀ ਲੰਘ ਜਾਓ, ਪਰ ਗੁਰੂ ਦੇ ਸਾਹਮਣੇ ਆਓ ਤੇ ਸੀਸ ਜ਼ਰੂਰ ਝੁਕਣਾ ਚਾਹੀਦਾ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਜਿਹੜਾ ਸਿਰ ਨਹੀਂ ਝੁਕਦਾ ਉਹਨੂੰ ਵੱਢ ਕੇ ਸਿੱਟੋ ਪਰੇ।
ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਕੱਪ ਹੁੰਦਾ ਕਾਪਾ, ਭਾਵ ਗੰਡਾਸਾ, ਮਾਰ ਕੇ ਵੱਢ ਦਿਓ। ਉਦੋਂ ਕਰਾਉਣਾ ਕੀ ਹੈ? ਵੈਸੇ ਪਰਮੇਸ਼ਰ ਹੀ ਉਸ ਨੂੰ ਸਜ਼ਾ ਦੇ ਦਿੰਦਾ ਹੈ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜ ਕਾਏ। ਉਹ ਸਿਰ ਦਾ ਕੀ ਕਰਨਾ ਹੈ, ਉਹ ਸਰੀਰ ਦਾ ਕੀ ਕਰਨਾ ਹੈ, ਜਿਹੜਾ ਸਾਈਂ ਦੇ ਅੱਗੇ, ਮਾਲਕ ਦੇ ਅੱਗੇ ਝੁਕਦਾ ਨਹੀਂ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੋ ਸਿਰ ਕੀਜੈ ਕਾਏ ਕੁੰਨੈ ਹੇਠ ਜਲਾਈਐ ਬਾਲਣ ਸੰਦੈ ਥਾਏ। ਉਹਨਾਂ ਨੂੰ ਇਹੋ ਜਿਹੀ ਸਜ਼ਾ ਮਿਲਦੀ ਹੈ। ਕੁੰਨਾ ਕਹਿੰਦੇ ਹੈ ਚੁੱਲ੍ਹੇ ਨੂੰ, ਉਹ ਚੁੱਲ੍ਹੇ ਦੇ ਵਿੱਚ ਬਾਲਣ ਦੀ ਥਾਂ 'ਤੇ ਮਚਾ ਦਿਓ। ਭਾਵ ਉਹ ਬਾਲਣ ਤੋਂ ਮਹਿੰਗਾ ਨਹੀਂ ਹੈ ਸਿਰ। ਮਨੁੱਖਾ ਜੀਵਨ ਵੈਸੇ ਬੜਾ ਕੀਮਤੀ ਹੈ। ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮੈ ਕੌਡੀ ਬਦਲੇ ਜਾਏ। ਨਾਮ ਨ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ। ਜਿਸ ਪਿੰਜਰੇ ਵਿੱਚ, ਭਾਵ ਜੇ ਸਰੀਰ ਵਿੱਚ ਗੁਰੂ ਦਾ ਵਿਰਾਗ ਨਹੀਂ। ਆ ਤੁਸੀਂ ਭੋਗ ਪੈਂਦਾ, ਹਰ ਵਾਰੀ ਨਮਸਕਾਰ ਕਰਦੇ ਹੋ, ਹੱਥ ਬੰਨ੍ਹ ਕੇ ਮੱਥਾ ਟੇਕ ਕੇ, ਜ਼ਰੂਰੀ ਆ। ਆ ਰਾਗੀ ਸਿੰਘ ਸਮਾਪਤੀ ਕਰਦੇ ਆ, ਜੋ ਅੰਦਰ ਬੈਠੇ ਆ ਸਾਰੇ ਸੀਸ ਝੁਕਾ ਕੇ ਨਮਸਕਾਰ ਕਰਦੇ ਆ। ਭੋਗ ਪੈਂਦਾ, ਸਾਰੇ ਸੀਸ ਝੁਕਾ ਕੇ ਨਮਸਕਾਰ ਕਰਦੇ ਆ। ਕਰਨਾ ਚਾਹੀਦਾ। ਪਰ ਜਿਹੜਾ ਨਹੀਂ ਕਰਦਾ, ਜਿਸ ਪਿੰਜਰੇ, ਭਾਵ ਸਰੀਰ ਵਿੱਚ, ਸਰੀਰ ਪਿੰਜਰਾ ਹੀ ਆ, ਇਹਦੇ ਵਿੱਚ ਆਪਾਂ ਰਹਿੰਦੇ ਆ। ਆਪਾਂ ਪਿੰਜਰਾ ਨਹੀਂ ਆ, ਆਪਾਂ ਤਾਂ ਇਹਦੇ ਵਿੱਚ ਵਸਦੀ ਆਤਮਾ ਰੂਪੀ ਪੰਛੀ ਹਾਂ। ਹਾਂ, ਇਹ ਸੁੰਦਰ ਪਿੰਜਰਾ ਹੈ ਜੇ ਇਹ ਪਰਮੇਸ਼ਰ ਨਾਲ ਜੁੜ ਜਾਵੇ। ਜੇ ਪਰਮੇਸ਼ਰ ਨਾਲ ਜੁੜ ਗਿਆ ਤੇ ਫਿਰ ਪਰਮੇਸ਼ਰ ਨੇ ਰਕਸ਼ਾ ਕਰਨੀ ਹੈ। ਇਹ ਸਤਿਗੁਰੂ ਪਾਤਸ਼ਾਹ ਬੜਾ ਸੁੰਦਰ ਇੱਕ ਬਚਨ ਲਿਖਦੇ ਨੇ, ਹਾਂ ਸੂ ਅਟਾ ਤੂੰ ਪੁੰਜਰ ਮੋਰ। ਪਿੰਜਰਾ ਤੋਤੇ ਦਾ ਵੀ ਹੁੰਦਾ ਨਾ। ਮੈਂ ਇੱਕ ਤੋਤਾ ਹਾਂ ਤੇ ਤੂੰ ਮੇਰਾ ਪਿੰਜਰਾ ਹੈ। ਮੈਂ ਇੱਕ ਤੋਤਾ ਬਣ ਜਾਵਾਂ ਤੇ ਤੂੰ ਮੈਨੂੰ ਰਕਸ਼ਾ ਕਰਨ ਵਾਲਾ ਮੇਰਾ ਪਿੰਜਰਾ ਬਣ ਜਾਵੇਂ। ਹਾਂ ਸੂ ਅਟਾ ਤੂੰ ਪਿੰਜਰ ਮੋਰ ਜਮ ਮੰਜਾਰ ਕਹਾਂ ਕਰੇ ਮੋਰ। ਤੇ ਮੈਨੂੰ ਇੰਨਾ ਮਾਣ ਹੈ ਤੇਰੇ 'ਤੇ। ਹੁਣ ਜਮਦੂਤ ਰੂਪੀ ਬਿੱਲਾ ਮੈਨੂੰ ਕੀ ਕਰ ਸਕਦਾ ਹੈ? ਤੇਰੀ ਛਤਰ ਛਾਇਆ 'ਚ ਆ ਗਿਆ। ਮੈਂ ਇੱਕ ਪੰਛੀ ਤੇ ਤੂੰ ਮੇਰਾ ਪਿੰਜਰਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪਰ ਜਿਸ ਪਿੰਜਰੇ ਰੂਪੀ ਸਰੀਰ ਵਿੱਚ ਪਰਮੇਸ਼ਰ ਦਾ ਵਿਰਾਗ ਹੀ ਨਹੀਂ ਲੱਗਿਆ, ਸਿੱਟ ਦਿਓ ਉਸ ਪਿੰਜਰੇ ਨੂੰ। ਸੋ ਪਿੰਜਰ ਲੈ ਜਾਰ ਮਚਾ ਦਿਓ ਪਰੇ ਇਹੋ ਜਿਹੇ ਸਰੀਰ ਨੂੰ, ਜਿਸ ਸਰੀਰ ਵਿੱਚ ਪਰਮੇਸ਼ਰ ਨੂੰ ਮਿਲਣ ਦਾ ਹਜੇ ਸਲਾਹ ਹੀ ਨਹੀਂ ਬਣੀ। ਮਹਲਾ ਪੰਜਵਾ। ਅਗਲਾ ਜਿਹੜਾ ਸ਼ਲੋਕ ਹੈ ਉਹ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ। ਤੇ ਗੁਰੂ ਪਿਆਰਿਓ, ਪਾਤਸ਼ਾਹ ਜੀ ਕਹਿੰਦੇ ਹਨ ਸੁਖਮਨੀ ਸਾਹਿਬ ਦੇ ਬਚਨਾਂ ਵਿੱਚ, ਕਿਤਨੇ ਹੀ ਜੀਵ ਮਾਂ ਦੇ ਗਰਭ ਵਿੱਚ ਗਲ ਜਾਂਦੇ ਨੇ। ਮਾਂ ਦੇ ਗਰਭ ਦੀ ਅਗਨੀ ਵਿੱਚ ਸੜਦੇ ਹੈ। ਕਈਆਂ ਨੂੰ ਤਾਂ ਜਨਮ ਲੈਣਾ ਹੀ ਨਹੀਂ ਮਿਲਦਾ। ਕੁਝ ਤਾਂ ਉੱਦਾਂ ਹੀ ਮਾਰੇ ਕਰਮਾਂ ਕਰਕੇ ਸਮੇਂ ਤੋਂ ਪਹਿਲਾਂ ਜਨਮ ਲੈ ਕੇ ਮਰ ਜਾਂਦੇ, ਕੁਝ ਪੇਟ 'ਚ ਮਰ ਜਾਂਦੇ, ਤੇ ਕੁਝ ਅੱਜ ਸਾਇੰਸ ਨੇ ਚੰਗਾ ਤਜਰਬਾ ਕੀਤਾ ਹੋਇਆ ਹੈ। ਇਹ ਦੇਖ ਕੇ ਵੀ ਲੜਕੀ ਹੈ ਪੇਟ ਵਿੱਚ ਤੇ ਪਹਿਲਾਂ ਹੀ ਮਾਰ ਦਿੰਦੇ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਿੰਨੇ ਮਾੜੇ ਭਾਗ ਹੈ। ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ। ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਜੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸ ਬੱਚੇ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਕਰੇ, ਨਹੀਂ ਤਾਂ ਫਿਰ ਲੋੜ ਨਹੀਂ। ਜੇ ਬਾਬੇ ਫਰੀਦ ਦੀ ਮਾਤਾ ਦੀ ਹੀ ਗਾਈਡੈਂਸ ਸੀ,
ਮਾਰਗਦਰਸ਼ਨ ਸੀ ਕਿ ਅੱਜ ਬਾਬਾ ਫਰੀਦ ਸੰਸਾਰ 'ਚ ਪੂਜਣਯੋਗ ਹੋ ਗਏ। ਅਗਲਾ ਸ਼ਬਦ ਹੈ ਮਹੱਲਾ ਪੰਜਵਾ। ਮੁੰਢੋਂ ਭੁੱਲੀ ਨਾਨਕਾ ਫਿਰ ਜਨਮ ਮੁਯਾਸ। ਮੁੰਢੋਂ ਮੁੱਢ ਤੋਂ ਹੀ, ਜਨਮ ਲੈਂਦਿਆਂ ਹੀ ਜੀ ਭੁੱਲ ਗਿਆ। ਜਦੋਂ ਮਾਂ ਦੇ ਪੇਟ ਵਿੱਚ ਸੀਗਾ ਉਦੋਂ ਯਾਦ ਕਰਦਾ ਸੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੱਸਦੇ ਹਨ ਕਿ ਮਹਾਰਾਜ ਜਿਹੜਾ ਨਾਮ ਅਸੀਂ ਮਾਂ ਦੇ ਗਰਭ ਵਿੱਚ ਜਪਦੇ ਸੀ ਉਹ ਸਾਨੂੰ ਦੁਬਾਰੇ ਦਿਓ, ਸਾਨੂੰ ਭੁੱਲ ਗਿਆ। ਸਭ ਨੂੰ ਭੁੱਲ ਜਾਂਦਾ ਇੱਕ ਵਾਰੀ। ਜਦੋਂ ਜਨਮ ਹੁੰਦਾ ਹੈ ਡਾਕਟਰ ਰਵਾਉਂਦੇ ਆ ਬੱਚੇ ਨੂੰ, ਰਵਾਉਣਾ ਜ਼ਰੂਰੀ ਆ, ਕਿਉਂਕਿ ਜਿਸ ਵੇਲੇ ਮਾਂ ਦੇ ਅੰਦਰ ਹੁੰਦਾ ਪੇਟ ਦੇ ਉਸ ਵੇਲੇ ਨਾੜੂਏ ਤੋਂ ਸਾਹ ਮਿਲਦਾ ਇਹਨੂੰ। ਨਾੜੂਏ ਦੇ ਰਾਹੀਂ, ਉਸ ਨਾੜ ਦੇ ਰਾਹੀਂ ਬੱਚੇ ਨੂੰ ਖੂਨ, ਸਵਾਸ, ਖੁਰਾਕ ਸਾਰੀ ਉੱਥੋਂ ਦੀ ਮਿਲਦੀ ਰਹਿੰਦੀ ਹੈ। ਹੁਣ ਉਹ ਮਾਂ ਦੇ ਸਵਾਸ ਨਾਲੋਂ ਬੱਚੇ ਦਾ ਸਵਾਸ ਕੱਟਣਾ ਹੈ, ਉਹਨੂੰ ਅਲੱਗ ਕਰਨਾ ਮਾਂ ਤੋਂ ਨਾੜ ਕੱਟ ਕੇ। ਫਿਰ ਉਹ ਬੱਚੇ ਨੂੰ ਜਦ ਰਵਾਇਆ ਜਾਂਦਾ ਤੇ ਉਹਦੇ ਫੇਫੜੇ ਚੱਲ ਪੈਂਦੇ ਆ ਤੇ ਫਿਰ ਉਸ ਦਾ ਸਵਾਸ ਵੱਡੀ ਮਾਤਾ ਧਰਤ ਮਹੱਤ ਵਿੱਚੋਂ ਮਿਲਣਾ ਸ਼ੁਰੂ ਹੋ ਜਾਂਦਾ ਹੈ। ਤੋ ਬਾਡੀ ਉਹਦੀ ਚੱਲ ਪੈਂਦੀ ਹੈ, ਆਪਣੇ ਆਪ ਸਵਾਸ ਲੈਣ ਲੱਗ ਜਾਂਦਾ ਉਹ। ਇਸ ਕਰਕੇ ਰਵਾਉਣਾ ਪੈਂਦਾ। ਪਰ ਜਦੋਂ ਰਵਾਇਆ ਤੇ ਇਹ ਪਰਮੇਸ਼ਰ ਨਾਲੋਂ ਵੀ ਟੁੱਟ ਗਿਆ। ਫਿਰ ਬੱਚਾ ਰੋਂਦਾ, ਬਹੁਤ ਰੋਂਦਾ। ਅਸੀਂ ਹੱਸਦੇ ਹਾਂ, ਬੱਚਾ ਰੋਂਦਾ ਅਸੀਂ ਹੱਸਦੇ ਹਾਂ, ਰੋ ਪਿਆ ਰੋ ਪਿਆ ਰੋ ਪਿਆ। ਅਸਲ ਵਿੱਚ ਮਹਾਂਪੁਰਸ਼ ਕਹਿੰਦੇ ਹਨ, ਬ੍ਰਹਮ ਗਿਆਨੀ ਕਹਿੰਦੇ ਇਹ ਰੋਂਦਾ ਤਾਂ ਹੈ ਕਿ ਮੈਨੂੰ ਉਹ ਨਾਮ ਛੁੱਟ ਗਿਆ ਮੇਰੇ ਕੋਲੋਂ, ਜਿਹੜਾ ਮੈਂ ਮਾਂ ਦੇ ਗਰਭ ਵਿੱਚ ਬੈਠਾ ਜਪਦਾ ਸੀ, ਜਿਸ ਦੇ ਬਾਰੇ ਸਤਿਗੁਰੂ ਅਰਜਨ ਦੇਵ ਨੇ ਦੱਸਿਆ ਕਿ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਮਹਾਰਾਜ ਜਦੋਂ ਮਾਂ ਦੇ ਉਦਰ ਵਿੱਚ ਮੈਂ ਬੈਠਾ ਸੀ ਤੇ ਉੱਥੇ ਮੈਂ ਸਿਮਰਨ ਕਰਦਾ ਸੀ, ਉੱਥੇ ਮੈਨੂੰ ਤੂੰ ਉਸ ਭਿਆਨਕ ਅੱਗ 'ਚੋਂ ਬਚਾਇਆ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉਸੇ ਤਰ੍ਹਾਂ ਹੀ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਹਾਰੇ। ਉਹ ਸਿਮਰਨ ਦੁਆਰੇ ਦਿਓ। ਤਾਂ ਅਗਲਾ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਲਿਖਦੇ ਨੇ, ਮੁੰਢੋਂ ਭੁੱਲੀ ਨਾਨਕਾ। ਮੁੰਢੋਂ ਮੁੱਢ ਤੋਂ ਹੀ, ਜਨਮ ਲੈਂਦਿਆਂ ਹੀ ਭੁੱਲ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਐਂ ਤਾਂ ਬ੍ਰਹਮ ਗਿਆਨੀ ਵੀ ਸੰਸਾਰ 'ਚ ਹੀ ਰਹਿੰਦੇ ਹੈ, ਮਹਾਂਪੁਰਸ਼ ਵੀ ਦੁਨੀਆ ਵਿੱਚ ਹੀ ਵਿਚਰਦੇ ਹੈ। ਪਰ ਅਸੀਂ ਜਿਹੜੇ ਹਾਂ ਪਰਮੇਸ਼ਰ ਨੂੰ ਭੁੱਲ ਚੁੱਕੇ ਹਾਂ, ਭਟਕ ਰਹੇ ਹਾਂ। ਉਹਨਾਂ ਨੂੰ ਵਿੱਚੇ ਰਹਿੰਦੇ ਹਾਂ ਵੀ ਯਾਦ ਰਹਿੰਦਾ। ਹੱਸਣਦੇ ਹਾਂ, ਖਿਲੰਦੇ ਹਾਂ, ਪਹਿਨਦੇ ਹਾਂ, ਖਾਵੰਦੇ ਹਾਂ। ਵਿੱਚੇ ਹੋਵੇ ਮੁਕਤ ਮਾਰੇ ਕਿਵੇਂ ਹੋਊਗੀ? ਕਹਿੰਦੇ ਨਾਨਕ ਸਤਿਗੁਰ ਭੇਟਿਆ, ਐਸੀ ਹੋਵੇ ਜੁਗਤ ਗੁਰੂ ਨੂੰ ਮਿਲੋ। ਗੁਰੂ ਐਸੀ ਜੁਗਤੀ ਬਣਾ ਦੂਗਾ ਕਿ ਗ੍ਰਸਤੀ ਜੀਵਨ ਬਤੀਤ ਕਰਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ ਹੀ ਤੁਹਾਡੀ ਮੁਕਤੀ ਵੀ ਹੋ ਸਕਦੀ ਹੈ। ਇਹ ਗੁਰੂ ਨੂੰ ਪੁੱਛੋ, ਗੁਰੂ ਦੱਸੇਗਾ। ਸੋ ਇਹ ਮਨੁੱਖ ਜਨਮ ਲੈਂਦਿਆਂ ਹੀ ਭੁੱਲ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਮਾਇਆ ਦਾ ਜ਼ੋਰ ਪੈ ਗਿਆ। ਫਿਰ ਕੀ ਹੋਇਆ? ਪਹਿਲਾਂ ਅੰਦਰ ਬੈਠਾ ਅੰਮ੍ਰਿਤ ਪੀਂਦਾ ਸੀ, ਇਹਦੇ ਅੰਦਰੋਂ ਹੀ ਅੰਮ੍ਰਿਤ ਡਿੱਗਦਾ ਸੀਗਾ, ਜਿਹਦੇ ਕਰਕੇ ਇਹਦੀ ਜ਼ਿੰਦਗੀ ਸੀ। ਹੁਣ ਉਹ ਅੰਮ੍ਰਿਤੇ ਤੋਂ ਛੁੱਟ ਗਿਆ ਕਿਉਂਕਿ ਧਿਆਨ ਬਾਹਰ ਨਿਕਲ ਗਿਆ। ਅੰਦਰਲਾ ਅੰਮ੍ਰਿਤ ਸਿਮਰਨ ਕਰਿਆ ਬਣਦਾ, ਸੁਰਤ ਨਾਲ ਬਣਦਾ, ਸ਼ਬਦ ਨਾਲ ਜੁੜ ਕੇ। ਜਦੋਂ ਵੀ ਬੱਚੇ ਦਾ ਧਿਆਨ ਬਾਹਰ ਨਿਕਲਿਆ ਉਹ ਅੰਮ੍ਰਿਤ ਇਹ ਤੋਂ ਵਿਛੜ ਗਿਆ। ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਉਹ ਨਾਮ ਹੀ ਛੱਡ ਦਿੱਤਾ ਜਨਮ ਲੈਂਦੇ ਆ ਇਸ ਨੇ। ਅੰਮ੍ਰਿਤ ਕਿੱਥੋਂ ਮਿਲੇ? ਪਰ ਪਰਮੇਸ਼ਰ ਨੇ ਕਿਰਪਾ ਕੀਤੀ, ਮਾਂ ਦੇ ਕੋਲੋਂ ਦੁੱਧ ਦਵਾਤਾ ਇਸ ਨੂੰ, ਤੇ ਬੱਚੇ ਨੂੰ ਲੱਗਿਆ ਸ਼ਾਇਦ ਮੈਨੂੰ ਉਹੀ ਅੰਮ੍ਰਿਤ ਦੁਬਾਰਾ ਮਿਲੇ ਹੈ। ਦੁੱਧ ਵੀ ਵੈਸੇ ਇੱਕ ਅੰਮ੍ਰਿਤ ਹੈ, ਪਰ ਬੱਚੇ ਨੂੰ ਭੁਲੇਖਾ ਪੈ ਗਿਆ ਵੀ ਮੈਨੂੰ ਉਹੀ ਅੰਮ੍ਰਿਤ ਦੁਬਾਰਾ ਮਿਲ ਗਿਆ। ਜੰਮਦੇ ਬੱਚੇ ਦੇ ਮੂੰਹ ਵਿੱਚ ਮਿੱਠਾ ਪਾਇਆ ਜਾਂਦਾ, ਗੁੜਤੀ ਜਿਹਨੂੰ ਕਹਿੰਦੇ ਆ ਦੇਣੀ। ਗੁੜਤੀ ਦਿੱਤੀ ਜਾਂਦੀ ਹੈ ਜ਼ਿਆਦਾਤਰ ਹਿੰਦੁਸਤਾਨ ਦੇ ਵਿੱਚ
ਤਾਂ ਉਹ ਗੁੜਤੀ ਦਾ ਵੀ ਅਸਰ ਹੋ ਜਾਂਦਾ ਹੈ। ਜਦੋਂ ਬੱਚਾ ਬਾਹਰ ਦੇਖਦਾ ਹੈ ਤੇ ਗੁੜਤੀ ਦੇਣ ਵਾਲੇ ਦੀਆਂ ਅੱਖਾਂ ਦੇ ਨਾਲ ਉਹਦੀਆਂ ਅੱਖਾਂ ਮਿਲਦੀਆਂ ਨਾ ਬੱਚੇ ਦੀਆਂ, ਕਹਿੰਦੇ ਉਸ ਦਾ ਵੀ ਅਸਰ ਬੱਚੇ 'ਤੇ ਪੈ ਜਾਂਦਾ ਹੈ। ਇਸੇ ਕਰਕੇ ਬੱਚੇ ਨੂੰ ਉਸ ਵੇਲੇ ਜਪਜੀ ਸਾਹਿਬ ਦਾ ਪਾਠ ਕਰਕੇ ਕਿਰਪਾਨ ਦੇ ਨਾਲ ਉਹਦੇ ਮੂੰਹ ਵਿੱਚ ਉਹ ਜਲ ਦੀਆਂ ਬੂੰਦਾਂ ਪਾਈਆਂ ਜਾਣ। ਕਹੋ ਸਤਿਨਾਮ ਸ੍ਰੀ। 5-4 ਪਤਾਸੇ ਪਾ ਕੇ ਉਸ ਬੱਚੇ ਦੇ ਮੂੰਹ ਵਿੱਚ ਉਸ ਦੀ ਗੁੜਤੀ ਦਿੱਤੀ ਜਾਵੇ, ਭਜਨ ਕਰਕੇ, ਬਾਣੀ ਪੜ੍ਹ ਕੇ। ਖੈਰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਜੰਮਿਆ ਮੁੰਡੋਂ ਭੁੱਲੀ ਨਾਨਕਾ, ਬਸ ਉੱਥੋਂ ਹੀ ਪਹਿਲਾ ਕਦਮ ਹੀ ਗਲਤ ਟਿਕ ਗਿਆ। ਜਿਵੇਂ ਤੁਸੀਂ ਘਰੋਂ ਨਿਕਲੇ ਕਿਧਰੇ ਜਾਣ ਵਾਸਤੇ, ਜੇ ਤਾਂ ਪਹਿਲਾ ਕਦਮ ਸਹੀ ਰਸਤੇ ਟਿਕ ਗਿਆ ਤੇ ਟਿਕਾਣੇ ਪਹੁੰਚ ਜਾਓਗੇ। ਜੇ ਇੱਕ ਕਦਮ ਤੁਹਾਡਾ ਗਲਤ ਰਸਤੇ 'ਤੇ ਟਿਕ ਗਿਆ ਤੇ ਆਪਣੇ ਮਕਾਨ 'ਚੋਂ ਵੀ ਨਿਕਲ ਜਾਓਗੇ, ਗਾਹਾਂ ਟਿਕਾਣੇ ਵੀ ਨਹੀਂ ਪਹੁੰਚਣੇ, ਹੋਰ ਹੀ ਕਿਤੇ ਜਾ ਵੱਜੋਗੇ। ਇਸੇ ਤਰ੍ਹਾਂ ਹੀ ਇਹ ਜੀਵ ਆਤਮਾ ਦੁਨੀਆ ਵਿੱਚ ਆਈ, ਪਰਮੇਸ਼ਰ ਨੂੰ ਭੁਲਾ ਕੇ ਫਿਰ ਜਨਮ ਮੁਯਾਸ, ਰਸਤਾ ਭੁੱਲ ਗਈ। ਫਿਰ ਇਸ ਦਾ ਜੰਮਣਾ ਮਰਨਾ ਸ਼ੁਰੂ ਹੋ ਗਿਆ, ਭਟਕਣਾ ਸ਼ੁਰੂ ਹੋ ਗਿਆ। ਨਾਮ ਜਪਣ ਵਾਲਿਆਂ ਦੇ ਅੰਦਰ ਹੀ ਸਭ ਕੁਝ ਪੈਦਾ ਹੋ ਜਾਂਦਾ, ਪ੍ਰਗਟ ਹੋ ਜਾਂਦਾ। ਜੈ ਮਹਾ ਭਿਆਨ ਤਬ ਤਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ऊपर शाम। जहाँ त्रिखा मन तुझिया करखै, तै नानक हर हर अमृत वरखै। भगत जना की बरतन नाम, संत जना कै मन विश्राम। वो चीज़ जीवनों परमेश्वर दे के ही भेजदा। कहंदे आ सियाणे बंदे भी जिस वेले पहली बार परमेश्वर ने आत्मा नूं हुक्म दिता बई तू इन्हां शरीरां विच प्रवेश करना है, ये कहन लगी मैं तैनूं छड्ड के नहीं जा सकती। कहो सतनाम श्री। जिवें 10वें पातशाह कहंदे, करत तपस्या जब हाँ भयो दवैते, एक रूप होए गयो चित न भयो हमरो आवन कह। चुभी रही सुरत प्रभ चरणन में। जदों परमेश्वर आत्मावां नूं उपदेश करदा भी तू इन्हां शरीरां विच जाके प्रवेश कर, ये कहती मैं नहीं जाना तैनूं छड्ड के। कहो सतनाम, मैं तो तेरे कोल रहना, तेरे बिना तो मेरा जीवन ही नहीं। गल भी सही है। परमेश्वर कहते तैनूं जीवन देन वाली चीज़ मैं तेरे नाल ही रख देना। वो 4 पदार्थ अमृत, नाम, जोत, शब्द, ये सारिया चीज़ां इहदे अंदर रख दित्तियां सी। उदने ਇਹਨੂੰ ਨਾਲ ਹੀ ਦੇ ਕੇ ਭੇਜਿਆ। ਇਹਦੇ ਸੁਰਤ ਵਿੱਚ ਸਭ ਕੁਝ ਰੱਖਿਆ, ਪਰ ਉਧਰੋਂ ਸੁਰਤ ਟੁੱਟ ਕੇ ਦੁਨੀਆ ਵਿੱਚ ਲੱਗ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਮਾਂ ਨੇ ਦੁੱਧ ਪਿਆਇਆ ਤੇ ਸ਼ਾਇਦ ਉਹੀ ਅੰਮ੍ਰਿਤ ਹੈ ਮਿਲ ਗਿਆ। ਰੱਜ ਗਿਆ, ਫਿਰ ਰੋਣ ਲੱਗਿਆ। ਪਰਿਵਾਰ ਕਹਿੰਦਾ ਵੀ ਹੁਣ ਕਿਉਂ ਰੋਂਦਾ, ਹੁਣ ਤਾਂ ਦੁੱਧ ਪੀ ਕੇ ਹਟਿਆ ਇਹ। ਤੇ ਅਸੀਂ ਉਹਨੂੰ ਚੁੱਪ ਕਰਾਉਣ ਵਾਸਤੇ ਉਹਦੇ ਕੋਲੇ ਕੌਲੀ ਚਮਚਾ ਖੜਕਾਇਆ, ਫਿਰ ਉਹ ਚੁੱਪ ਕਰ ਗਿਆ। ਉਹ ਸੋਚਦਾ ਸ਼ਾਇਦ ਉਹ ਅਣਹਦ ਵਾਜੇ ਜਿਹੜੇ ਮੈਂ ਮਾਂ ਦੇ ਪੇਟ ਵਿੱਚ ਬੈਠਾ ਜਨਮ ਤੋਂ ਪਹਿਲਾਂ ਸੁਣਦਾ ਸੀ, ਉਹ ਦੁਬਾਰੇ ਵੱਜਣ ਲੱਗ ਪਏ। ਪਰ ਉਹ ਵੀ ਡੁਪਲੀਕੇਟ ਆ, ਨਕਲੀ। ਇੱਕ ਹੋਰ ਤੁਸੀਂ ਚੀਜ਼ ਦੇਖੋਗੇ, ਬੱਚਾ ਅੰਦਰ ਪ੍ਰਕਾਸ਼ ਨਾਲ ਜੁੜਿਆ ਹੋਇਆ ਸੀਗਾ। ਜਾਂ ਜਨਮ ਹੋਇਆ ਤੇ ਇਹਨੂੰ ਦੁਨੀਆ ਵਿੱਚ ਹਨੇਰਾ ਦਿਸਣ ਲੱਗਿਆ, ਤੇ ਜਦੋਂ ਬੱਚੇ ਨੂੰ ਤੁਸੀਂ ਪਲੰਘੇ ਤੇ ਪਾਓਗੇ ਨਾ ਨਵ ਜਨਮੇ ਨੂੰ, ਉਹਦਾ ਧਿਆਨ ਸਿੱਧਾ ਲਾਈਟ ਕੰਨੀ, ਦੀਵੇ ਕੰਨੀ ਜਾਊਗਾ। ਕਹੋ ਸਤਨਾਮ ਸ੍ਰੀ। ਉਹ ਲਾਈਟ ਨੂੰ ਕਿਉਂ ਵੇਖਦਾ? ਸ਼ਾਇਦ ਉਸ ਨੂੰ ਇਹ ਪ੍ਰਕਾਸ਼ ਪਹਿਲਾਂ ਅੰਦਰ ਦਿਖਾਈ ਦਿੰਦਾ ਸੀ ਆਪਦੇ, ਹੁਣ ਉਹ ਪ੍ਰਕਾਸ਼ ਇਹਨੂੰ ਬਾਹਰ ਦਿਸਣ ਲੱਗਿਆ, ਪਰ ਇਹ ਵੀ ਡੁਪਲੀਕੇਟ ਆ। ਬਾਬਾ ਨਾਨਕ ਜੀ ਕਹਿੰਦੇ ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਅੰਦਰ ਜਿਹੜਾ ਪ੍ਰਕਾਸ਼ ਸੀ ਉਹ ਪਰਮੇਸ਼ਰ ਦਾ ਦਿੱਤਾ ਹੋਇਆ ਸੀਗਾ, ਠੰਡਾ ਤੇ ਸ਼ਾਂਤੀ ਦੇਣ ਵਾਲਾ। ਪਰ ਬਾਹਰੋਂ ਜਿਹੜਾ ਪ੍ਰਕਾਸ਼ ਇਹਨੂੰ ਪ੍ਰਾਪਤ ਹੋਇਆ, ਉਹ ਪ੍ਰਕਾਸ਼ ਵੀ ਡੁਪਲੀਕੇਟ। ਕਹੋ ਸਤਨਾਮ ਸ੍ਰੀ। 4 ਪਦਾਰਥ ਲੈ ਜਗ ਆਇਆ, शिव शक्ति कर वासा पाया। बाकी तिन्ने पदार्थ नाम चों प्रगट होंदे है। नाम दे विचों अमृत, नाम दे विचों ज्ञान, नाम दे विचों प्रकाश।
इन्हें नाम ही छड़ता, कोई सतनाम जपदा ही नहीं गा। वाह गुरु 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 वाह गुरु। ਜਿਹੜਾ ਬੰਦਾ नहीं जपदा ਉਹਦੇ ਪਰਥਾਏ ਅੱਗੇ ਲਿਖਤਾ ਇੱਕ ਹੋਰ ਬਚਨ ਬਾਬਾ ਜੀ ਨੇ। ਪ੍ਰੀਤਮ ਜੀ ਕਹਿੰਦੇ ਮੁੰਡੋਂ ਭੁੱਲੀ ਨਾਨਕਾ ਫਿਰ ਜਨਮ ਮੋਇਆਸ, ਜਿਵੇਂ ਕਸਤੂਰੀ ਕੈ ਭੋਲੜੇ ਗੰਦੇ ਡੁੰਮ ਪਈਆਸ। ਡੁੰਮ ਕਹਿੰਦੀ ਹੈ ਛੱਪੜ ਨੂੰ, ਕਸਤੂਰੀ ਦੇ ਭੋਲੜੇ ਕਸਤੂਰੀ ਕੇ ਭੁਲੇਖੇ। ਇੱਕ ਮਿਰਗ ਹੁੰਦੇ ਨੇ, ਉਹਨਾਂ ਮਿਰਗਾਂ ਦੀ ਨਾਭੀ ਹੈ ਨਾ, ਉੱਥੇ ਕਸਤੂਰੀ ਲੱਗਦੀ ਆ, ਇਹ ਗੰਢ ਬਣ ਜਾਂਦੀ ਆ ਆਲੂ ਵਾਂਗੂ ਗੰਢੇ ਵਾਂਗੂ, ਉਹਦੇ ਵਿੱਚੋਂ ਸਮੇਂ 'ਤੇ ਫਿਰ ਖੁਸ਼ਬੂ ਆਉਂਦੀ ਆ ਅਤੇ ਮਿਰਗ ਨੂੰ ਉਹ ਬਹੁਤ ਚੰਗੀ ਲੱਗਦੀ ਆ। ਔਰ ਮਿਰਗ ਕੋਸ਼ਿਸ਼ ਕਰਦਾ ਕਿ ਮੈਂ ਲੱਭਾਂ ਭਲਾ ਇਹ ਹੈ ਕਿੱਥੇ। ਉਹਨੂੰ ਇਸ ਗੱਲ ਦਾ ਪਤਾ ਨਹੀਂ ਵਿਚਾਰੇ ਨੂੰ ਕਿ ਕਸਤੂਰੀ ਮੇਰੇ ਨਾਲ ਹੀ ਆ, ਮੈਂ ਜਿੱਥੇ ਬਹਿ ਜੂ ਉੱਥੇ ਹੀ ਆਈ ਜਾਊ। ਤਾਂ ਇਹ ਉਹਨੂੰ ਲੱਭਣੀ ਸ਼ੁਰੂ ਕਰਦਾ ਅਤੇ ਲੱਭਦਾ ਲੱਭਦਾ ਝਾੜੀਆਂ ਦੇ ਵਿੱਚ ਨੱਕ ਮਾਰਦਾ ਫਿਰਦਾ। ਕਈ ਵਾਰੀ ਤਾਂ ਝਾੜੀਆਂ ਵਿੱਚ ਫਸ ਜਾਂਦਾ ਅਤੇ ਕਈ ਵਾਰੀ ਕਿਸੇ ਛੱਪੜ ਵਿੱਚ ਟੋਏ ਵਿੱਚ ਡਿੱਗ ਪੈਂਦਾ। ਉਹ ਉਦਾਹਰਨ ਹੈ ਮਿਰਗ ਦੀ, ਤਾਂ ਉਹ ਤਾਂ ਇੱਕ ਪਸ਼ੂ ਹੈ। ਚਲੋ ਜਿਵੇਂ ਪਾਤਸ਼ਾਹ ਕਹਿੰਦੇ ਬੰਬੀਹਾ, ਇਹ ਬੰਬੀਹਾ ਪਸ਼ੂ ਹੈ ਇਸਨੂੰ ਬੂਝਣ ਨਾਹੇ। ਮੈਂ ਬੰਬੀਹੇ ਦਾ ਨਾਂ ਲੈ ਕੇ ਉਪਦੇਸ਼ ਦਿੱਤਾ, ਮੈਂ ਪਸ਼ੂ ਬੰਬੀਹੇ ਨੂੰ ਨਹੀਂ ਕਹਿ ਰਿਹਾ, ਮੈਂ ਬੰਦਿਆ ਤੈਨੂੰ ਕਹਿ ਰਿਹਾ। ਤੇਰੇ ਨਾਲ ਹੈ ਪਰਮੇਸ਼ਰ। ਪਸ਼ੂਆਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਬੰਦੇ ਨੂੰ ਗਿਆ। ਤੇ ਗੁਰੂ ਪਿਆਰਿਓ, ਜਿਹੜਾ ਉਹ ਮਿਰਗ ਹੈ, ਫਿਰ ਉਹ ਕਸਤੂਰੀ ਲੱਭਦਾ ਲੱਭਦਾ ਕਈ ਵਾਰੀ ਝਾੜੀਆਂ ਵਿੱਚ ਸਿਰ ਫਸਾ ਬਹਿੰਦਾ ਅਤੇ ਜੰਗਲੀ ਕੁੱਤੇ ਉਹਨੂੰ ਮਾਰ ਕੇ ਖਾ ਜਾਂਦੇ ਆ। ਕਈ ਵਾਰੀ ਉਹ ਕਿਸੇ ਟੋਏ ਵਿੱਚ ਡਿੱਗ ਪੈਂਦਾ। ਕਸਤੂਰੀ ਕੈ ਭੋਲੜੇ ਗੰਦੇ ਡੁੰਮ ਪਈਆਸ। ਹੁਣ ਇਹ ਮਿਰਗ ਦੀ ਗੱਲ ਨਹੀਂ, ਇਹ ਬੰਦੇ ਦੀ ਗੱਲ ਹੈ ਅੱਗੇ, ਕਿ ਪਰਮੇਸ਼ਰ ਨੂੰ ਭੁਲਾ ਕਰਕੇ ਮਨੁੱਖ ਸ਼ੁਰੂ ਤੋਂ ਹੀ ਮੁੰਡੋਂ ਭੁੱਲੀ ਨਾਨਕਾ, ਸ਼ੁਰੂ ਤੋਂ ਹੀ ਜੰਮਦਿਆਂ ਹੀ ਭੁੱਲ ਗਿਆ, ਪਰਮੇਸ਼ਰ ਹੱਥੋਂ ਨਿਕਲ ਗਿਆ, ਜੰਮਦਿਆਂ ਹੀ ਭੁੱਲ ਗਿਆ। ਫਿਰ ਕਿੱਧਰ ਨੂੰ ਗਿਆ ਪਤਾ ਲਾ ਲਓ ਸਾਹਿਬ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰ ਉਪੰਨੀ ਖੇਡ। ਇਹ 10-10 ਸਾਲਾਂ ਦੇ ਹਿੱਸੇ ਕਰਕੇ 100 ਸਾਲ ਦੀ ਉਮਰ ਦਾ ਹਿਸਾਬ ਕਿਤਾਬ ਕਰਤਾ ਪਾਤਸ਼ਾਹ ਨੇ। ਪਹਿਲਾਂ ਮਾਂ ਦੇ ਦੁੱਧ ਨਾਲ ਜੁੜਿਆ ਬੱਚਾ, ਫਿਰ ਥੋੜ੍ਹੀ ਹੋਸ਼ ਆਈ ਅਤੇ ਮਾਂ ਪਿਓ ਦੇ ਨਾਲ ਜੁੜ ਗਿਆ, ਜਾਣਕਾਰੀ ਹੋ ਗਈ ਇਹ ਮੇਰਾ ਮੰਮੀ ਹੈ, ਮੇਰਾ ਡੈਡੀ ਆ, ਅਸੀਂ ਵੀ ਦੱਸਦੇ ਹਾਂ ਉਹਨੂੰ। ਫਿਰ ਤੀਜਾ ਭਈਆ ਭਾਬੀ ਵੇ, ਵੱਡਾ ਹੋਇਆ, ਭੈਣਾਂ ਭਰਾਵਾਂ ਭਰਜਾਈਆਂ ਦੇ ਨਾਲ ਜੁੜ ਗਿਆ। ਚੌਥਾ ਪਿਆਰ ਉਪੰਨੀ ਖੇਡ, ਫਿਰ 30-32 ਸਾਲ ਦਾ ਹੋਇਆ, ਇਹਦੀ ਆਪਦੀ ਸ਼ਾਦੀ ਹੋ ਗਈ, 40 ਸਾਲ ਦਾ, ਆਪਦੇ ਬੱਚੇ ਪੈਦਾ ਹੋ ਗਏ, ਉਹਨਾਂ ਵਿੱਚ ਮੋਹ ਪੈ ਗਿਆ, ਪਿਆਰ ਪੈ ਗਿਆ। ਫਿਰ ਸਰੀਰ ਤਕੜਾ ਕਰਕੇ ਰੱਖਾਂ, ਕਿਤੇ ਕਮਜ਼ੋਰ ਨਾ ਹੋਵਾਂ। ਪੰਜਵਾਂ ਖਾਣ ਪੀਣ ਕੀ ਧਾਤ, ਜੀਭਾਂ ਦੇ ਸਵਾਦਾਂ ਵਿੱਚ, ਇੰਦਰੀਆਂ ਦੇ ਸਵਾਦਾਂ 'ਚ ਪੈ ਗਿਆ। ਆਹ ਵੀ ਖਾਵਾਂ, ਆਹ ਵੀ ਖਾਵਾਂ, ਤਾਂ ਕਿ ਮੈਂ ਤਕੜਾ ਰਹਾਂ, ਕਿਤੇ ਮੈਂ ਕਮਜ਼ੋਰ ਨਾ ਹੋ ਜਾ। ਛੇਵੇਂ ਕਾਮ ਨਾ ਪੁੱਛਿਆ ਜਾਤ, ਫਿਰ ਵਿਸ਼ੇ ਵਿਕਾਰ ਇੰਨੇ ਵੱਧ ਗਏ ਅੰਦਰ, ਉਸ ਵਾਸ਼ਨਾ ਵਿੱਚ ਫਸਿਆ ਹੋਇਆ ਬੇਅੰਤ ਇਸਤਰੀਆਂ ਨੂੰ ਡਿਸਟਰਬ ਵੀ ਕਰਦਾ ਹੈ। ਕਹੋ ਸਤਨਾਮ ਸ੍ਰੀ। ਕਾਮਨਾ ਵਿੱਚ ਫਸ ਗਿਆ। ਕਾਮ ਦੇ ਦੂਸਰੇ ਅਰਥ ਹੋਰ ਵੀ ਆ, ਮੇਰੇ ਜਵਾਕਾਂ ਨੂੰ ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਕਾਮਨਾਵਾਂ ਵੱਧ ਗਈਆਂ, ਆਸ਼ਾ ਤ੍ਰਿਸ਼ਨਾ ਵੱਧ ਗਈਆਂ। ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੰਜ ਕੀਆ ਘਰਵਾਸ। ਕਾਮਨਾਵਾਂ ਜਦੋਂ ਵੱਧ ਗਈਆਂ
फिर घरे समान इकट्ठा करता है, आ भी लियावां, फ्रिज भी चाहिए, कूलर भी चाहिए, पखा भी चाहिए। सरकारी दफ्तर वाले कई बारी घट नौकरियां वाले वड्डियां सहूलतां अफसरां दे नाल दियां घरे लियाउण वास्ते रिश्वतां लैंदे आ। कोई सतनाम सी, साडे जवाकां कोल भी आ होना चाहिए। सतमैं संज हुंदा इकट्ठा करना। सतमैं संज किया घर वास, हुण आपदा घर बना लिया, हुण उहदे भी समान इकट्ठा करन लगे आ। जवाक कहंदी आ, लै फलाने अफसर दे घरे आ कुछ आ, तू क्यों नहीं लियाउंदा गा? फिर उन्हां दे मोह विच फसिया, ओह ठगियां चोरियां रिश्वतां लैंदा ते लिया के दिंदा। जे नहीं कुछ प्रगट होंदा, नहीं प्राप्त होंदा, फिर की होंदा? भला अंदर क्रोध आउंदा, गुस्सा आउंदा। अठवें क्रोध होआ तन नास। फिर कहंदे क्रोध आउंदा ते ओह क्रोध इहदे शरीर नूं गाल दिंदा। क्रोध एक चंडाल दा रूप है। क्रोध दी अग शरीर नूं खत्म करदी आ। फिर क्रोध गुस्से दे नाल बंदा छेती बुढ़ा भी हुंदा, इह भी गल याद रखिओ। गुरमुख बुढ़े कदे ना ही जिन्ना अंतर सुरत ज्ञान। जिन्ने शांत रहांगे उन्ना छेती बुढ़े नहीं होवांगे। क्रोध फिर बुढ़े करदा। अठवें क्रोध होआ तन नास, नौवें धौले उभे साह। चिट्टे आ गए कालियां तो, ते उभे साह भी औखा आउण लग पिया। हुण मसा आउंदा, क्योंकि ये चीज़ां कम छड्ड गईयां। नक, कन, अखां, इंद्रियां। गले विच कफ पैदा हो गई। कफ कंठ बरुद्धो, नैणों नीर ढरे। गले विच रेशा बनता है, अखां चों पानी डिगदा है। तावरे धर्म की आस करे। जवानी च कहना सी बुढ़े होके जप लांगे, बुढ़े होके अंग साथ नहीं दिंदे। हुण कहो सतनाम श्री। जवानी च किसी महापुरुष ने कहा भी नाम जपिया करो, बाबा जी हजे खाण पीण का टाइम आ, हजे की आ। बुढ़े होके जपांगे तो बुढ़े होके शरीर ने साथ नहीं देना। मेरे प्रीतम जी कहते जब लग जरा रोग नहीं आया जिन्ना चिर तो बुढ़ा नहीं होया। जब लग काल ग्रसी नहीं माया जिन्ना चिर तैनू मौत नहीं पई उदू पहला पहला। जब लग जरा रोग नहीं आया, जब लग काल ग्रसी नहीं माया, जब लग बिकल भई नहीं बानी जीवा। जिन्ना चिर जीव तेरी वाहिगुरू कह सकती है, राम कह सकती है, फिर तो होर ही कुछ निकलूगा, शायद जीव बंद ही हो जावे। जब लग बिकल भई नहीं बाणी, भज लै रे मन सारंग पानी। सारंग पपीहा, जिमें पपीहा जपदा पीओ 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 पीओ, तू भी जप ला वाहिगुरू 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 वाहिगुरू, तू भी जप लै। जब लग बिकल भई नहीं बाणी, भज लै रे मन सारंग पानी। अब ना भजस हुण नहीं सिमरदा, भजस कब भाई कदों सिमरेगा। आवे अंत ना भजिया जाई, अंत वेले मूँह चो राम नहीं निकलना जी। हुण आदत ना बनाई, कहो सतनाम श्री। अंत वेले वाहिगुरू नहीं कहा जाना जी, हुण सुभाਅ ना बनाया। जे सुभाਅ बन जाए तो फिर साडे खून विच बह जाता है, फिर सहजे ही वाहिगुरू निकल जाता है मौत वेले। एक चीत जे एक छिण ध्यायो, काल फास के बीच न आयो। नौवें धौले उभे साह, दसवें दद्दा हुआ सवा। दुध वर्गा सुंदर स्वरूप चिट्टा, ये भी काला पीला जा होने लग पिया। दद्दा दुध वर्गा हुआ सवा, ते अखीर मौत हो गई। संस्कार करता, मिट्टी च नपता, कुछ भी करता, मिट्टी बन गया। उडिया हंस दसाए राह, जीव आत्मा निकल गई। फिर पूछते हैं एक फलाना हुंदा सी, कहंदे वो तो मर गया, कहो सतनाम सी। एक फलाना हुंदा सी, 10वें दद्दा हुआ सवा। फिर की होया, आया गया मोया नाओ,
फिर बस रह गया फलाना हुंदा सी, कहने मर गया, वो तो है नहीं, वो चला गया। आया गया मोया नाओ पिछे, जिवें पुराने समय तो चलता आ रहा, हुण लोकां नूं थोड़ी अकल आ गई है। फिर कोठे ते लोग पूरियां ते खीर धर के कहते हैं बापू रोटी खा जाओ। कां खा जाता, कहते बापू खा गया। कौन सतनाम सी। कबीर साहब इत्थे फिर कहते हैं भलिओ कि अपने बजुर्ग इस पासे जाणगे। जीवत पितर न मानै कहो मोए श्राद्ध कराही, पितर भी बपरे कहो क्यों पावै कौआ कुकर खाही। आपन पितर ना ऐसे कहीए, साडे बजुर्ग कां कुत्ते बन के श्राद्ध खाण नहीं आउणगे। कहो सतनाम श्री। कबीर साहब जी कहते जिउंदियां दी सेवा करनी चाहिए है। खैर उडिया हंस दसाए राह, आया गया मोया नाओ पिछे पत्तल सदियो काव। नानक मनमुख अंध प्यार, बाज गुरु डूबा संसार। मुंडो भुल्ली नानका फिर जन्म उयास, कस्तूरी कै भोलड़े गंदे डुम पियास। ये बंदा संसार के सुखों नूं इकट्ठे करदा करदा अखीर टेढ़ियां जूनां दे नरकां दे खूह विच डिग पैंदा है। बस फिर जम ते मर, जम ते मर। कई जन्म पे कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बिरख जोयो। मिल जगदीश मिलन की बरिया, चरंग काले दे संजरिया। आखिरी शब्द विच बाबा जी कहंदे पौड़ी चौथे पातशाह कहंदे तां ते सिखो, सो ऐसा हर नाम ध्याईऐ मेरे, जो सबना उपर हुक्म चलाए। तां ते मेरे मना ऐसे मालक नूं सिमर जिहड़ा सब ते हुक्म चलाउंदा है। सो ऐसा हर नाम ध्याईऐ मन मेरे, जो सबना उपर हुक्म चलाए। सो ऐसा हर नाम ध्याईऐ मन मेरे, जो अंती अवसर लए छड़ाए। सौखे शब्द ही समझ आई जाते होने आ, जिन्हां अंत वेले तैनूं बचा लवेगा। सो ऐसा हर नाम जपीऐ मन मेरे, जो मन की तृष्णा सब भुख गवाए। तैनूं सबर संतोख बख्श दूगा। नाम जपिया करो हो, सो गुरमुख नाम जपिया वड़ पागी। तिन निंदक दुष्ट सब पैरी पाए। तो ये नाम ही है कि मनुख नूं निंदकां दुष्टां नूं भी तारन वाला, उन्हां नूं भी सीधे रस्ते पाउण वाला। नानक नाम आराध सबना ते वड्डा, सब नामै अग्गै आन निवाए। ये नाम सब तो वड्डा है। नाम जापिया करिए, गुरु नानक दी गद्दी अगे मत्था टेकना सीखिए। जिहड़े नहीं जपदे वो भी जपो, जिहड़े नहीं चुकदे वो भी चुको। इस विषय ते बाबा जी ने अज दे बचनां विच विचार बख्शिश कीती। अगले शब्द के विचार आपां कल दे दीवाना भी सरवण करांगे। हुण विचारां इत्थे ही रोकदे हां। बोलदियां ने एक अखर बाद घाट हो जांदे। सिख संगतां ते सतगुरु बख्शण योग है, बख्श लैना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह।